ਧੰਨ ਵਾਹਿਗੁਰੂ ਜੀ। ਸੋਰਠ ਮਹੱਲਾ ਨੌਵਾਂ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ ਰਹਾਉ। ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ। ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜਿਹ ਪਰਸੈ ਨਾਹਨ, ਤਿਹ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਦੀ ਪਾਵਨ ਬਾਣੀ ਨਾਲ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਆਪ ਜੀ ਨੇ ਬੜੀ ਇਕਾਗਰਤਾ ਸਤਿਕਾਰ ਸਹਿਤ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਸੋਰਠ ਦੇ ਵਿੱਚੋਂ ਆਪ ਜੀ ਨੇ ਪਾਠ ਦੇ ਰੂਪ ਵਿੱਚ ਸੁਣਿਆ ਹੈ। ਇਹ ਪਾਵਨ ਸ਼ਬਦ ਸੋਰਠ ਰਾਗ ਵਿੱਚ ਸਤਿਗੁਰੂ ਜੀ ਦਾ ਦਰਜ ਕੀਤਾ ਹੋਇਆ 11ਵਾਂ ਸ਼ਬਦ ਹੈ। ਕੁੱਲ 12 ਸ਼ਬਦ ਇਸ ਰਾਗ ਵਿੱਚ ਨੌਵੇਂ ਪਾਤਸ਼ਾਹ ਜੀ ਦੇ ਦਰਜ ਹਨ। ਮੁੱਖ ਵਾਕ ਦੇ ਰੂਪ ਵਿੱਚ ਵੀ ਇਹ ਸ਼ਬਦ ਆਮ ਰੂਪ ਵਿੱਚ ਸੰਗਤ ਸ਼ਰਵਣ ਕਰਦੀ ਹੈ। ਸਤਿਗੁਰੂ ਜੀ ਨੇ ਇਸ ਮੁਬਾਰਕ ਸ਼ਬਦ ਵਿੱਚ ਸਭ ਤੋਂ ਉੱਚੀ ਆਤਮਿਕ ਅਵਸਥਾ ਦਾ ਪ੍ਰਗਟਾਵਾ ਕੀਤਾ ਹੈ। ਇਹ ਕੈਸੇ ਜੀਵਨ ਦੀ ਦੱਸ ਪਾਈ ਹੈ, ਸੂਝ ਬਖਸ਼ੀ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਸ ਵੇਲੇ ਆਪਾਂ ਪੜ੍ਹਦੇ ਹਾਂ ਨਾ, ਤੇ ਸਤਿਗੁਰੂ ਦੀ ਬਾਣੀ ਵਿੱਚ ਸਹਿਜ ਅਵਸਥਾ ਦੀ ਸਤਿਗੁਰੂ ਨੇ ਬਾਰ-ਬਾਰ ਗੱਲ ਕੀਤੀ ਹੈ, ਜ਼ਿਕਰ ਕੀਤਾ ਹੈ।
ਤੇ ਆਮ ਰੂਪ ਵਿੱਚ ਸਤਿਗੁਰੂ ਜੀ ਨੇ ਬਹੁਤ ਥਾਈਂ ਸਹਿਜ ਅਵਸਥਾ, ਜਿਸ ਨੂੰ ਸਹਿਜ ਕਿਹਾ, ਉਸ ਦੀ ਵਿਆਖਿਆ ਵੀ ਕੀਤੀ ਵੀ ਉਹ ਸਹਿਜ ਕੀ ਹੈ। ਪਰ ਜੇ ਸਭ ਤੋਂ ਸੰਖੇਪ ਰੂਪ ਵਿੱਚ ਤੇ ਸੌਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਉਸ ਮਨੋ ਅਵਸਥਾ ਨੂੰ, ਉਸ ਉੱਚੀ ਅਵਸਥਾ ਬਾਬਤ, ਤਾਂ ਇਹ ਮੁਬਾਰਕ ਸ਼ਬਦ ਸਮੁੱਚੇ ਦਾ ਸਮੁੱਚਾ ਹੀ ਉਸ ਅਵਸਥਾ, ਉਸ ਲੈਵਲ ਦੀ ਵਿਆਖਿਆ ਕਰਦਾ ਹੈ। ਸਾਡਾ ਜੀਵਨ ਦੁੱਖ ਤੇ ਸੁੱਖ ਦੀ ਘੁੰਮਣ ਘੇਰੀ ਦੇ ਵਿੱਚ ਫਸਿਆ ਹੋਇਆ ਜੀਵਨ ਹੈ। ਸਾਡੀ ਜ਼ਿੰਦਗੀ ਮਾਨ ਤੇ ਅਪਮਾਨ ਦੇ ਇਸ ਚੱਕਰਵਿਊਹ ਦੇ ਵਿੱਚ ਫਸੀ ਹੋਈ ਹੈ। ਕਾਮ ਕ੍ਰੋਧ ਇਤਿਆਦਿਕ ਵਿਸ਼ੇ ਵਿਕਾਰ ਜਿਹੜੇ ਹਨ, ਉਹ ਸਾਡੇ ਜੀਵਨ ਦੀ ਇਸ ਤੋਰ ਨੂੰ ਤੋਰ ਰਹੇ ਨੇ। ਜਾਨੀ ਕਿ ਇਹਨਾਂ ਭਾਵਨਾਵਾਂ ਤੇ ਇਹਨਾਂ ਫੀਲਿੰਗਸ ਦੇ ਆਧਾਰ ਦੇ ਉੱਤੇ, ਜਜ਼ਬਾਤਾਂ ਦੇ ਆਧਾਰ ਦੇ ਉੱਤੇ ਸਾਡੇ ਜੀਵਨ ਦੇ ਵਿੱਚ ਸਭ ਕੁਝ ਵਾਪਰ ਰਿਹਾ ਹੈ। ਕੀ ਐਸਾ ਜੀਵਨ ਵੀ ਹੋ ਸਕਦਾ ਹੈ ਜਿਸ ਜੀਵਨ ਵਿੱਚ ਹਰ ਚੀਜ਼ ਬੈਲੈਂਸ ਵਿੱਚ ਹੋਵੇ? ਇਸ ਨੁਕਤੇ ਨੂੰ ਸਮਝਣ ਤੋਂ ਪਹਿਲਾਂ ਮੈਂ ਇੱਕ ਦੋ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ। ਸਾਡੀ ਜਿਹੜੀ ਬਾਡੀ ਹੈ, ਮਨੁੱਖੀ ਸਰੀਰ ਹੈ ਜਿਹੜਾ ਸਾਡਾ, ਇਸ ਸਰੀਰ ਦੇ ਵਿੱਚ ਪਾਣੀ ਦੀ ਇੱਕ ਆਪਣੀ ਮਾਤਰਾ ਹੈ। ਪਾਣੀ ਤੋਂ ਬਿਨਾਂ ਇਹ ਸਰੀਰ ਜੀਵਤ ਨਹੀਂ ਰਹਿ ਸਕਦਾ। ਤੇ ਪਾਣੀ ਦੀ ਇੱਕ ਮਾਤਰਾ ਜਿਹੜੀ ਹੈ ਉਹ ਸਾਡੇ ਸਰੀਰ ਵਿੱਚ ਮੌਜੂਦ ਰਹਿੰਦੀ ਹੈ ਹਰ ਵੇਲੇ। ਜੇ ਉਹਦਾ ਬੈਲੈਂਸ ਵਿਗੜ ਜਾਏ ਤੇ ਉਸ ਨੂੰ ਆਪਾਂ ਕਹਿੰਦੇ ਡਿਜ਼ੀਜ਼, ਰੋਗ, ਸਰੀਰ ਚੋਂ ਪਾਣੀ ਘਟ ਜਾਣਾ ਜਾਂ ਵੱਧ ਜਾਣਾ। ਦੋਵੇਂ ਹਾਲਤਾਂ ਦੇ ਵਿੱਚ ਹੀ ਸਰੀਰ ਜਿਹੜਾ ਹੈ ਉਹ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ, ਉਹਨੂੰ ਰੋਗੀ ਸਰੀਰ ਕਿਹਾ ਜਾਂਦਾ। ਸਾਡੇ ਸਰੀਰ ਵਿੱਚ ਟੈਂਪਰੇਚਰ ਹੈ, ਉਹ ਸਾਡੇ ਸਰੀਰ ਦੇ ਵਿੱਚ ਐਨਰਜੀ ਨੂੰ ਵਧਾਉਂਦਾ ਹੈ ਤੇ ਐਨਰਜੀ ਨੂੰ ਬਰਕਰਾਰ ਰੱਖਦਾ ਹੈ। ਸਰੀਰ ਜਿਸ ਕਰਕੇ ਹਰਕਤ ਕਰਦਾ ਹੈ, ਖਾਧਾ ਹੋਇਆ ਭੋਜਨ ਪਚਦਾ ਹੈ, ਵਗੈਰਾ ਵਗੈਰਾ। ਹੁਣ ਉਹ ਟੈਂਪਰੇਚਰ ਜੇ ਘਟ ਜਾਏ ਤਾਂ ਵੀ ਸਰੀਰ ਫੀਲ ਕਰਨਾ ਸ਼ੁਰੂ ਕਰ ਦਿੰਦਾ ਵੀ ਮੈਂ ਠੀਕ ਨਹੀਂ ਹਾਂ। ਜੇ ਵੱਧ ਜਾਏ ਤੇ ਤਾਂ ਵੀ ਸਰੀਰ ਜਿਹੜਾ ਨਿਢਾਲ ਹੋ ਜਾਂਦਾ। ਉਸ ਦਾ ਬੈਲੈਂਸ ਵਿੱਚ ਰਹਿਣਾ ਹੀ ਸਰੀਰ ਦੀ ਤੰਦਰੁਸਤੀ ਹੈ। ਇਸੇ ਤਰ੍ਹਾਂ ਆਪਾਂ ਵੇਖਦੇ ਹਾਂ ਵੀ ਸਾਡਾ ਬਲੱਡ ਜਿਹੜਾ ਹੈ ਉਹ ਸਰਕਲ ਕਰਦਾ ਸਾਰੀ ਬਾਡੀ ਦੇ ਵਿੱਚ, ਸਰੀਰ ਦੇ ਵਿੱਚ, ਤੇ ਉਸ ਦਾ ਇੱਕ ਆਪਣਾ ਲੈਵਲ ਹੈ ਪ੍ਰੈਸ਼ਰ ਦਾ। ਜੇ ਉਹ ਪ੍ਰੈਸ਼ਰ ਬਾਡੀ ਦੇ ਵਿੱਚ ਬਲੱਡ ਦਾ ਜਿਹੜਾ ਹੈ ਜੇ ਉਹ ਡਾਊਨ ਹੋ ਜਾਏ ਤੇ ਤਾਂ ਵੀ ਆਪਾਂ ਫੀਲ ਕਰਦੇ ਹਾਂ ਵੀ ਸਾਡਾ ਸਰੀਰ ਕਮਜ਼ੋਰੀ ਮਹਿਸੂਸ ਕਰਦਾ ਹੈ। ਹੋਰ ਕਈ ਨਿਸ਼ਾਨੀਆਂ ਉਹਦੀਆਂ ਸਰੀਰ ਵਿੱਚੋਂ ਪ੍ਰਗਟ ਹੋ ਜਾਂਦੀਆਂ ਨੇ। ਤੇ ਜੇ ਬਾਡੀ ਦੇ ਵਿੱਚ ਬਲੱਡ ਦਾ ਪ੍ਰੈਸ਼ਰ ਓਵਰ ਚਲਿਆ ਜਾਏ, ਵੱਧ ਜਾਏ, ਆਪਣੀ ਲਿਮਟ ਨੂੰ ਕ੍ਰੋਸ ਕਰ ਜਾਏ, ਤਾਂ ਵੀ ਸਰੀਰ ਬਿਮਾਰ ਤੇ ਰੋਗੀ ਹੁੰਦਾ ਤੇ ਉਹਦੀਆਂ ਆਪਣੀਆਂ ਨਿਸ਼ਾਨੀਆਂ ਨੇ। ਦੋਵੇਂ ਹਾਲਤਾਂ ਕਈ ਵਾਰ ਬੜੀਆਂ ਖਤਰਨਾਕ ਸਾਬਤ ਹੋ ਜਾਂਦੀਆਂ ਨੇ। ਇਸ ਕਰਕੇ ਉਹ ਚੀਜ਼ ਵੀ ਜਿੰਨਾ ਚਿਰ ਬੈਲੈਂਸ ਵਿੱਚ ਰਹਿੰਦੀ ਹੈ, ਸਰੀਰ ਤੰਦਰੁਸਤ ਰਹਿੰਦਾ। ਇਵੇਂ ਸਰੀਰ, ਜਿਵੇਂ ਸਰੀਰ ਦੇ ਅੰਦਰ ਦੀ ਸਮੁੱਚੀ ਪ੍ਰਕਿਰਿਆ ਜਿਹੜੀ ਹੈ, ਹਰ ਚੀਜ਼ ਜਿਹੜੀ ਹੈ ਪ੍ਰੋਸੈਸ ਕਰ ਰਹੀ ਹੈ, ਤੇ ਜਿੰਨਾ ਚਿਰ ਉਹ ਬੈਲੈਂਸ ਵਿੱਚ ਹੈ, ਤਵਾਜ਼ਨ ਵਿੱਚ ਹੈ, ਸੰਤੁਲਿਤ ਹੈ, ਉਹਦਾ ਸੰਤੁਲਨ ਨਹੀਂ ਵਿਗੜਦਾ, ਉਹਨਾਂ ਚਿਰ ਅਸੀਂ ਸਰੀਰਕ ਰੂਪ ਵਿੱਚ ਤੰਦਰੁਸਤ ਹੁੰਦੇ ਹਾਂ, ਫਿੱਟ ਹੁੰਦੇ ਹਾਂ, ਅਰੋਗ ਹੁੰਦੇ ਹਾਂ। ਤੇ ਜਦੋਂ ਉਹਨਾਂ ਦਾ ਬੈਲੈਂਸ ਵਿਗੜ ਜਾਂਦਾ ਉਦੋਂ ਹੀ ਸਰੀਰ ਡਾਵਾਂਡੋਲ ਵੀ ਹੁੰਦਾ, ਉਹਦੀਆਂ ਨਿਸ਼ਾਨੀਆਂ ਵੀ ਪ੍ਰਗਟ ਹੁੰਦੀਆਂ ਤੇ ਸਰੀਰ ਬਿਮਾਰ ਹੁੰਦਾ ਤੇ ਖਤਰਨਾਕ ਕ੍ਰਿਟੀਕਲ ਸਿਚੁਏਸ਼ਨ ਵੀ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਸਮਝੀਏ ਵੀ ਸਾਡੀ ਜਿਹੜੀ ਜ਼ਿੰਦਗੀ ਦੀ ਤੋਰ ਹੈ, ਜਦੋਂ ਉਹਦਾ ਬੈਲੈਂਸ ਵਿਗੜਦਾ ਹੈ ਤੇ ਉਹ ਵੀ ਕੁਝ ਕਾਰਨਾਂ ਕਰਕੇ ਵਿਗੜਦਾ ਹੈ। ਤੇ ਬੈਲੈਂਸ ਵਿਗੜਨ ਦਾ ਭਾਵ ਕੀ? ਮੰਨ ਲਓ ਜੀਵਨ ਵਿੱਚ ਦੁੱਖ ਵੀ ਹੈ ਤੇ ਸੁੱਖ ਵੀ ਹੈ। ਦੁੱਖ ਵਿੱਚ ਵੀ ਮਨੁੱਖੀ ਸੁਰਤ ਦਾ ਬੈਲੈਂਸ ਵਿਗੜ ਜਾਂਦਾ, ਮਨ ਦਾ ਬੈਲੈਂਸ ਵਿਗੜ ਜਾਂਦਾ, ਤੇ ਸੁੱਖ ਵਿੱਚ ਸਹੂਲਤਾਂ ਨੂੰ ਪਾ ਕੇ ਵੀ ਵਿਗੜ ਜਾਂਦਾ। ਜੇ ਦੁੱਖ ਹੈ ਤੇ ਉਹਦੇ ਵਿੱਚ ਸਾਡੀ ਸੁਰਤ ਦਾ ਤਵਾਜ਼ਨ ਕਿਵੇਂ ਬਣਿਆ ਰਹਿ ਸਕਦਾ ਹੈ, ਸੁੱਖ ਵਿੱਚ ਕਿਵੇਂ ਬਣਿਆ ਰਹਿ ਸਕਦਾ ਹੈ? ਮੰਨ ਲਓ ਕਿਸੇ ਨੇ ਸਾਡੀ ਸ਼ੋਭਾ ਕੀਤੀ, ਸਾਨੂੰ ਵਡਿਆਈ ਮਿਲੀ, ਮਾਣ ਮਿਲਿਆ, ਰਿਸਪੈਕਟ ਮਿਲੀ, ਉਸ ਵੇਲੇ ਅਸੀਂ ਅੰਦਰੋਂ ਕਿਵੇਂ ਰਿਐਕਟ ਕਰਦੇ ਹਾਂ? ਉਦੋਂ ਸਾਡੇ ਅੰਦਰ ਕੀ ਕੁਝ ਚੱਲ ਰਿਹਾ? ਉਦੋਂ ਅਸੀਂ ਆਪਣੇ ਆਪ ਨੂੰ ਕਿਵੇਂ ਬੈਲੈਂਸ ਵਿੱਚ ਰੱਖਣਾ? ਵੀ ਇਹ ਥੋੜ੍ਹਾ ਵੀ ਜੇ ਚਾਰ ਬੰਦਿਆਂ ਨੇ ਵਡਿਆਈ ਕਰ ਦਿੱਤੀ ਹੈ ਤੇ ਬੰਦਾ ਐਵੇਂ ਹੀ ਸਮਝਣ ਲੱਗ ਪਵੇ ਵੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਖੂਬੀਆਂ ਮੇਰੇ ਕੋਲ ਹੀ ਨੇ। ਫਿਰ ਉਸ ਮਨੁੱਖ, ਜੇ ਉਹਨੂੰ ਤੁਸੀਂ ਚੇਤੇ ਵਿੱਚ ਰੱਖੋ
ਜੇ ਰੋਜ਼ ਤੁਹਾਨੂੰ 4 ਬੰਦੇ ਵਡਿਆਉਣ ਵਾਲੇ ਮਿਲ ਜਾਣ ਨਾ, ਤੁਸੀਂ ਵੇਖਣਾ ਬੰਦੇ ਦੀ ਮਾਨਸਿਕ ਦਸ਼ਾ ਹੌਲੀ ਹੌਲੀ ਵਿਗੜਨੀ ਸ਼ੁਰੂ ਹੋ ਜਾਂਦੀ, ਉਹਦਾ ਐਟੀਟਿਊਡ ਵਿਗੜ ਜਾਂਦਾ ਹੈ, ਉਹਦੇ ਸੁਭਾਅ ਦੇ ਵਿੱਚ ਬੜੀ ਅਜੀਬ ਕਿਸਮ ਦੀ ਤਬਦੀਲੀ ਆ ਜਾਂਦੀ ਹੈ। ਮਨੁੱਖ ਪਹਿਲਾਂ ਸਧਾਰਨ ਹੈ, ਉਹਨੂੰ ਕਿਸੇ ਵੱਡੀ ਪਦਵੀ 'ਤੇ ਬਿਠਾ ਦਿੱਤਾ ਗਿਆ। ਹੁਣ ਆਪਾਂ ਜਿੰਨੇ ਵੀ ਲੋਕ ਬੈਠੇ ਹਾਂ, ਸੋਚ ਕੇ ਵੇਖੋ, ਆਪਣੇ 'ਚੋਂ ਸਾਰੇ ਹੀ ਚਾਹੁੰਦੇ ਹੋਣਗੇ ਸਮੇਤ ਮੇਰੇ ਵੀ ਸਾਨੂੰ ਕੋਈ ਚੰਗੀ ਪੋਸਟ, ਮਾਣ ਸਨਮਾਨ ਵਾਲਾ ਅਹੁਦਾ ਮਿਲ ਜਾਏ, ਭਾਵੇਂ ਆਪਾਂ ਯੋਗ ਹਾਂ ਜਾਂ ਨਹੀਂ, ਪਰ ਹਸਰਤ ਇੱਛਾ ਸਾਰਿਆਂ ਦੀ ਹੁੰਦੀ ਹੈ। ਮਨੁੱਖ ਹਾਂ ਨਾ ਆਖਰ, ਸਮਾਜ ਦਾ ਪ੍ਰਭਾਵ ਕਬੂਲਦੇ ਹਾਂ ਅਤੇ ਲਾਲਚ ਵੀ ਰੱਖਦੇ ਹਾਂ, ਸਵਾਰਥ ਵੀ ਹੈ। ਭਾਵੇਂ ਸਾਡੇ ਅੰਦਰ ਯੋਗਤਾ ਨਹੀਂ, ਪਰ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਸ ਜਗ੍ਹਾ 'ਤੇ ਬਿਠਾ ਲਿਆ ਜਾਏ। ਇਸ ਲਈ ਅਸੀਂ ਸਦਾ ਯਤਨ ਵਿੱਚ ਰਹਿੰਦੇ ਹਾਂ। ਮੰਨ ਲਓ ਜੇ ਉਹ ਜਗ੍ਹਾ ਸਾਨੂੰ ਮਿਲ ਜਾਏ, ਹੁਣ ਯੋਗਤਾ ਤਾਂ ਹੈ ਨਹੀਂ, ਫਿਰ ਉਸ ਤੋਂ ਅੱਗੇ ਕੀ ਹੋਏਗਾ? ਅੱਜ ਅਸੀਂ ਜਿਵੇਂ ਦੂਜਿਆਂ ਨੂੰ ਟੋਕਦੇ ਹਾਂ ਨਾ, ਦੂਜਿਆਂ ਦੀ ਆਲੋਚਨਾ ਕਰਦੇ ਹਾਂ ਵੀ ਵੇਖੋ ਇਹ ਬੰਦਾ ਹੰਕਾਰ ਕਰਦਾ ਹੈ, ਵੇਖੋ ਇਹਨੂੰ ਆਪਣੇ ਅਹੁਦੇ ਦਾ ਬੜਾ ਮਾਣ ਹੈ, ਇਹਨੂੰ ਆਪਣੀ ਤਾਕਤ ਦਾ ਬੜਾ ਗਰੂਰ ਹੈ, ਇਹਨੂੰ ਪੈਸੇ ਦਾ ਬੜਾ ਮਾਣ ਹੈ, ਇਹਨੂੰ ਆਪਣੀ ਮਾਣ ਸਨਮਾਨ ਦਾ ਬੜਾ ਗਰੂਰ ਤੇ ਈਗੋ ਹੈ। ਅੱਜ ਆਪਾਂ ਦੂਜੇ ਨੂੰ ਕਹਿੰਦੇ ਹਾਂ। ਜੇ ਉਹ ਸਾਰੀਆਂ ਚੀਜ਼ਾਂ ਮੈਨੂੰ ਮਿਲ ਜਾਣ, ਮੈਂ ਉਹਦੀ ਜਗ੍ਹਾ 'ਤੇ ਹੋਵਾਂ, ਤੇ ਮੈਂ ਕੀ ਕਰਾਂ? ਤਾਕਤਵਰ ਮਨੁੱਖ ਨੂੰ ਹਰ ਕੋਈ ਕਹਿੰਦਾ ਹੈ ਵੀ ਇਹ ਆਪਣੀ ਤਾਕਤ ਕਰਕੇ ਨਾ ਅੱਖਾਂ ਵਿਖਾਉਂਦਾ, ਜ਼ੁਲਮ ਕਰਦਾ, ਧੱਕਾ ਕਰਦਾ, ਅਤੇ ਇਹਦੀ ਜਗ੍ਹਾ 'ਤੇ ਚੰਗਾ ਬੰਦਾ ਹੋਣਾ ਚਾਹੀਦਾ। ਹੁਣ ਮੰਨ ਲਓ ਵੀ ਮੈਂ ਉਹਦੀ ਆਲੋਚਨਾ ਕਰ ਰਿਹਾ ਵੀ ਉਹ ਤਾਕਤ ਪਾ ਕੇ ਬੰਦਾ ਬੇਮੁਹਾਰਾ ਹੋ ਗਿਆ। ਜੇ ਮੈਨੂੰ ਆਖ ਵੀ ਚਲੋ ਤੈਨੂੰ ਮੌਕਾ ਦਿੱਤਾ, ਹੁਣ ਜੇ ਮੈਂ ਆਪਣੇ ਜੀਵਨ ਨੂੰ ਉਹ ਤਾਕਤ ਪਾ ਕੇ ਬੈਲੈਂਸ ਵਿੱਚ ਨਹੀਂ ਨਾ ਰੱਖ ਸਕਿਆ, ਤੇ ਹੋ ਸਕਦਾ ਮੈਂ ਉਹਦੇ ਨਾਲੋਂ ਵੀ ਖਤਰਨਾਕ ਸਾਬਤ ਹੋਵਾਂ। ਮੈਂ ਵੀ ਉੱਥੇ ਜਾ ਕੇ ਉਹ ਕੁਝ ਹੀ ਕਰਾਂ ਜੋ ਉਹ ਕਰ ਰਿਹਾ, ਹੋ ਸਕਦਾ ਉਦੋਂ ਵੱਧ ਹੀ ਕਰਾਂ। ਹੁਣ ਇਹ ਪ੍ਰੋਬਲਮ ਕੀ ਹੈ? ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਨੇ ਵੀ ਮੁਸ਼ਕਲ ਸਭ ਤੋਂ ਵੱਡੀ ਇਹ ਹੈ ਵੀ ਮਨੁੱਖ ਨੇ ਆਪਣੇ ਆਪ ਨੂੰ ਕਿਸੇ ਸੱਚੇ ਵਿੱਚ ਨਹੀਂ ਢਾਲਿਆ ਹੋਇਆ। ਸਭ ਤੋਂ ਵੱਡੀ ਮੁਸ਼ਕਲ ਇਹ ਹੈ। ਅਸੀਂ ਬਾਹਰੋਂ ਹਰ ਕੁਝ ਚਾਹੁੰਦੇ ਹਾਂ ਵੀ ਆਹ ਸਾਨੂੰ ਮਿਲੇ ਅਤੇ ਆਹ ਨਾ ਮਿਲੇ, ਪਰ ਅਸੀਂ ਆਪਣੀ ਮਾਨਸਿਕ ਤਿਆਰੀ, ਆਪਣਾ ਆਤਮਿਕ ਜੀਵਨ ਇੰਨਾ ਉੱਚਾ ਨਹੀਂ ਕੀਤਾ, ਆਪਣੀ ਸੁਰਤ ਇੰਨੀ ਡਿਵੈਲਪ ਨਹੀਂ ਕੀਤੀ ਵੀ ਜੇ ਉਹ ਸਿਚੁਏਸ਼ਨ ਬਣੇ ਤਾਂ ਉੱਥੇ ਮੈਂ ਕਿਹੋ ਜਿਹਾ ਹੋਵਾਂਗਾ। ਗਰੀਬ ਨਵਾਜ ਮਹਾਰਾਜ ਪਹਿਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ, ਇਹ ਰਹਾਉ ਦਾ ਬੰਦ ਵੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਹੁਣ ਸੰਸਾਰ ਦਾ ਹਰ ਮਨੁੱਖ ਕੀ ਚਾਹੁੰਦਾ? ਦੁੱਖ ਨਾ ਹੋਵੇ, ਸੁੱਖ ਹੀ ਹੋਵੇ। ਹੁਣ ਹਰ ਮਨੁੱਖ ਦੀ ਦੁੱਖ ਦੀ ਵੀ ਆਪਣੀ ਵਿਆਖਿਆ ਅਤੇ ਧਿਆਨ ਰੱਖਣਾ ਸੁੱਖ ਦੀ ਵੀ ਆਪਣੀ ਵਿਆਖਿਆ। ਇੱਕ ਬੱਸ ਵਿੱਚ ਸਵਾਰੀਆਂ ਬੈਠੀਆਂ ਹੋਈਆਂ ਨੇ ਅਤੇ ਉਹ ਬੱਸ ਜਾ ਰਹੀ ਹੈ ਰੋਡ ਦੇ ਉੱਤੇ। ਹੁਣ ਜਿਹੜੇ ਬੈਠੇ ਨੇ ਨਾ, ਉਹ ਪਤਾ ਕੀ ਸੋਚਦੇ ਨੇ ਵੀ ਗੱਡੀ ਭਜਾਵੇ, 15 ਮਿੰਟ ਜੇ ਪਹਿਲੋਂ ਲਾ ਦੇਵੇ ਤਾਂ ਸਾਡੇ 15 ਮਿੰਟ ਬਚ ਜਾਣ। ਹੁਣ ਜਿਹੜੇ ਸਟਾਪ ਨੇ ਨਾ ਬੱਸ ਦੇ, ਉੱਥੋਂ ਉਹਨੇ ਬਾਕੀ ਸਵਾਰੀਆਂ ਵੀ ਬੱਸ ਡਰਾਈਵਰ ਨੇ ਚੜਾਉਣੀਆਂ ਨੇ। ਉਹ ਜਿੱਥੇ ਸਟਾਪ ਆਉਂਦਾ ਉੱਥੇ ਰੋਕਦਾ। ਜਿਹੜੇ ਸਾਡੇ ਵਰਗੇ ਵਿੱਚ ਬੈਠੇ ਹੁੰਦੇ ਉਹ ਬੜੇ ਕਾਹਲੇ ਹੁੰਦੇ ਨੇ, ਉਹਨਾਂ ਨੂੰ ਲੱਗਦਾ ਵੀ ਫਾਲਤੂ 'ਚ ਹੀ ਐਵੇਂ ਖਿਲਾਰੀ ਜਾ ਰਿਹਾ, ਜੇ 2-4 ਸਵਾਰੀਆਂ ਰਹਿ ਵੀ ਜਾਣਗੀਆਂ ਤਾਂ ਕਿਹੜੀ ਗੱਲ ਹੈ। ਉਸ ਵੇਲੇ ਉਹਨਾਂ ਨੂੰ ਆਪਣਾ ਆਪ ਦੀਦਾ ਵੀ ਅਸੀਂ ਪਹਿਲਾਂ ਪਹੁੰਚਣਾ। ਉਹ ਇਹ ਨਹੀਂ ਵੇਖ ਰਿਹਾ ਵੀ ਬੱਸ ਜਿਵੇਂ ਸਾਨੂੰ ਬੱਸ ਵਾਲੇ ਨੇ ਚੜਾਇਆ ਉਹਨਾਂ ਨੂੰ ਵੀ ਤਾਂ ਚੜਾਉਣਾ ਹੈ ਨਾ, ਉਹ ਵੀ ਤਾਂ ਕਿਵੇਂ ਜਾਣਗੇ ਹੀ। ਹੁਣ ਜਿਹੜੇ ਬਾਹਰ ਖੜੇ ਨੇ ਉਹ ਸੋਚਦੇ ਨੇ ਵੀ ਬੱਸ ਵੱਧ ਚਿਰ ਰੁਕ ਜਾਏ ਅਤੇ ਜਿਹੜਾ ਸਾਡਾ ਬੰਦਾ ਪਿੱਛੇ ਰਹਿ ਗਿਆ 5 ਮਿੰਟ ਹੋਰ ਲੱਗਣਗੇ, ਉਹ ਵੀ ਆ ਕੇ ਚੜ੍ਹ ਜਾਏਗਾ। ਉਹਨਾਂ ਦਾ ਆਪਣਾ ਸਵਾਰਥ ਹੈ, ਵਿੱਚ ਬੈਠਿਆਂ ਦਾ ਆਪਣਾ ਸਵਾਰਥ ਹੈ। ਉਹਨਾਂ ਦੀ ਖੁਸ਼ੀ ਇਸ ਵਿੱਚ ਹੈ ਵੀ ਬੱਸ ਭੱਜੀ ਜਾਏ, 15 ਮਿੰਟ ਪਹਿਲਾਂ ਪਹੁੰਚ ਜਾਏ, ਅੱਧਾ ਘੰਟਾ ਪਹਿਲਾਂ ਪਹੁੰਚ ਜਾਏ, ਕੋਈ ਫਰਕ ਨਹੀਂ ਪੈਂਦਾ। 2-4 ਰਹਿ ਜਾਣਗੇ, ਛੱਡੇ ਵੀ ਜਾਣਗੇ, ਦੂਜੀ ਬੱਸ 'ਤੇ ਆ ਜਾਣਗੇ। ਜਿਹੜੇ ਬਾਹਰ ਖੜੇ ਨੇ ਉਹ ਚਾਹੁੰਦੇ ਨੇ ਵੀ ਬੱਸ ਰੁਕੇ ਅਤੇ ਜਿਹੜਾ ਅਜੇ ਬੰਦਾ ਘਰੋਂ ਹੀ ਨਹੀਂ ਨਿਕਲਿਆ ਸਾਡਾ, ਉਹਨੂੰ ਵੀ ਨਾਲ ਚੜ੍ਹਾ ਕੇ ਅਤੇ ਬੱਸ ਫੇਰ ਜਾਏ। ਉਹਨਾਂ ਦੀ ਖੁਸ਼ੀ ਅਤੇ ਅੰਦਰ ਦੇ ਬੰਦਿਆਂ ਦੀ ਖੁਸ਼ੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਦੋਵਾਂ ਦੇ ਹਿੱਤ, ਸਵਾਰਥ ਟਕਰਾਰ। ਸਾਡਾ ਸਵਾਰਥ ਹੀ ਸਾਨੂੰ ਖੁਸ਼ੀ ਦਿੰਦਾ, ਚੇਤੇ 'ਚ ਰੱਖਿਓ। ਸਾਡਾ ਜਿਹੜਾ ਸਵਾਰਥ ਹੈ ਉਹੀ ਖੁਸ਼ੀ ਦਿੰਦਾ। ਹੁਣ ਇੱਕ ਧਾਰਮਿਕ ਵਿਅਕਤੀ ਹੋਣ ਦੇ ਨਾਤੇ ਆਮ ਸਧਾਰਨ ਬੰਦਾ ਜਦੋਂ ਆਉਂਦਾ ਹੈ ਤਾਂ ਉਹ ਕਹਿੰਦਾ ਹੈ
ਭਾਈ ਸਾਹਿਬ ਅਰਦਾਸ ਕਰਿਓ ਮਹਾਰਾਜ ਮੈਨੂੰ ਤੰਦਰੁਸਤੀ ਬਖਸ਼ੇ। ਹੁਣ ਇੱਕ ਡਾਕਟਰ ਉਹਨੇ ਨਵਾਂ ਕਲੀਨਿਕ ਖੋਲ੍ਹਿਆ ਅਤੇ ਉਹ ਵੀ ਸਾਡੇ ਵਰਗਿਆਂ ਨੂੰ ਸੱਦ ਲੈਂਦਾ ਵੀ ਆਓ ਅਰਦਾਸ ਕਰਿਓ, ਅਤੇ ਅਸੀਂ ਉੱਥੇ ਵੀ ਕਹੇ ਹੋਣਾ ਵੀ ਮਹਾਰਾਜ ਕਾਰੋਬਾਰ 'ਚ ਵਾਧਾ ਹੀ ਬਖਸ਼ਿਓ। ਹੁਣ ਉਹਦਾ ਕਾਰੋਬਾਰ ਕੀ ਹੈ? ਨਵਾਂ ਹੌਸਪੀਟਲ ਬਣਾਇਆ ਹੈ, ਨਵਾਂ ਕਲੀਨਿਕ ਖੋਲ੍ਹਿਆ ਹੈ। ਹੁਣ ਉਹਦਾ ਕਾਰੋਬਾਰ ਤਾਂ ਚੱਲਣਾ ਜੇ ਲੋਕ ਬਿਮਾਰ ਹੋਣਗੇ, ਅਤੇ ਲੋਕ ਕਹਿੰਦੇ ਨੇ ਸਾਡੀ ਤੰਦਰੁਸਤੀ ਦੀ ਅਰਦਾਸ ਕਰੋ। ਹਰ ਬੰਦੇ ਦਾ ਆਪਣਾ ਹਿੱਤ ਹੈ। ਜਿਸ ਨੇ ਬੀਜ ਪਾਇਆ ਜ਼ਮੀਨ ਦੇ ਵਿੱਚ ਉਹ ਅਰਦਾਸ ਕਰਦਾ ਵੀ ਵਾਹਿਗੁਰੂ ਮੌਸਮ ਠੀਕ ਰੱਖੀ। ਹੁਣ ਮੈਂ ਬੀਜ ਲਿਆ, ਇਹ ਉੱਗ ਪਵੇ। ਜਦੋਂ ਉਹਦਾ ਬੀਜ ਉੱਗ ਪੈਂਦਾ ਉਹਨੂੰ ਲੋੜ ਹੁੰਦੀ ਹੈ ਵੀ ਪਾਣੀ ਦੀ ਲੋੜ ਹੈ, ਉਹ ਅਰਦਾਸ ਕਰਦਾ ਹੈ, ਉਮੀਦ ਕਰਦਾ ਹੈ, ਹੱਥ ਜੋੜਦਾ ਹੈ ਵੀ ਰੱਬਾ ਮੀਂਹ ਪਾ ਦੇ। ਉੱਧਰ ਕਿਸੇ ਨੇ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਘੁਮਿਆਰ ਨੇ ਭਾਂਡੇ ਬਣਾ ਕੇ ਸੁੱਕਣੇ ਪਾਏ ਨੇ। ਉਹ ਜਦੋਂ ਬੱਦਲ ਆਉਂਦਾ ਤੇ ਉਹ ਹੱਥ ਜੋੜਦਾ ਵੀ ਰੱਬਾ ਕਿਤੇ ਮੀਂਹ ਨਾ ਪਾ ਦਈ, ਮੈਂ ਤਾਂ ਬੜੇ ਦਿਨਾਂ ਦਾ ਲੱਗਾ, 15 ਦਿਨ ਹੋ ਗਏ ਮੈਨੂੰ, ਮੇਰੀ ਸਾਰੀ ਮਿਹਨਤ ਰੁੜ ਜਾਣੀ ਹੈ। ਹਰ ਬੰਦੇ ਦੇ ਆਪਣੇ ਸਵਾਰਥ ਵਿੱਚ, ਉਹਦੀ ਇੱਛਾ ਵਿੱਚ ਉਹਦੀ ਖੁਸ਼ੀ ਲੁਕੀ ਹੋਈ ਹੈ। ਚੇਤੇ 'ਚ ਰੱਖਿਓ, ਉਹਦੀ ਇੱਛਾ ਵਿੱਚ। ਇੱਕ ਡਰੱਗ ਲੈਣ ਵਾਲਾ ਜਿਹੜਾ ਬੰਦਾ ਹੈ ਨਾ, ਉਹਨੂੰ ਜਿੰਨਾ ਚਿਰ ਡੋਜ਼ ਨਹੀਂ ਮਿਲ ਜਾਂਦੀ ਉਹਨੂੰ ਸੰਤੁਸ਼ਟੀ, ਉਹ ਸੈਟਿਸਫਾਈ ਨਹੀਂ ਹੁੰਦਾ। ਉਹਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਘਰ 'ਚ ਮਾਂ ਰੋ ਰਹੀ ਹੈ, ਪਿਓ ਤਰਲੇ ਲੈ ਰਿਹਾ, ਬੱਚੇ ਭੁੱਖੇ ਹੋਣਗੇ, ਘਰ ਵਾਲੀ ਰੌਲਾ ਪਾਏਗੀ, ਮੇਰਾ ਸਰੀਰ ਵਿਗੜ ਜਾਏ। ਉਹ ਆਪਣੀ ਇੱਛਾ ਦੀ ਪੂਰਤੀ ਵਿੱਚੋਂ ਆਪਣਾ ਸੁੱਖ ਲੱਭ ਰਿਹਾ। ਸਾਡੇ ਸਾਰਿਆਂ ਦੀ ਜ਼ਿੰਦਗੀ ਐਵੇਂ ਵਿਗੜੇ ਹੋਏ ਬੈਲੈਂਸ ਨਾਲ ਚੱਲ ਰਹੀ ਹੈ। ਜੋ ਪੂਰਾ ਹੋ ਜਾਏ ਸਾਨੂੰ ਲੱਗਦਾ ਵਧੀਆ, ਜਦੋਂ ਇੱਛਾ ਪੂਰਤੀ ਨਾ ਹੋਵੇ ਜੋ ਅਸੀਂ ਸੋਚ ਰੱਖਿਆ, ਫਿਰ ਅਸੀਂ ਪਰੇਸ਼ਾਨ ਹੁੰਦੇ ਹਾਂ, ਭਟਕਦੇ ਹਾਂ, ਦੁਖੀ ਹੁੰਦੇ ਹਾਂ। ਫਿਰ ਸਾਡੇ ਅੰਦਰ ਉਦਾਸੀ ਹੁੰਦੀ ਹੈ, ਤਕਲੀਫ ਪੈਦਾ ਹੁੰਦੀ ਹੈ, ਖਿੱਚਦੇ ਹਾਂ, ਬੜਾ ਕੁਝ ਪੈਦਾ ਹੋ ਜਾਂਦਾ। ਸਤਿਗੁਰੂ ਮਹਾਰਾਜ ਕਹਿੰਦੇ ਇਹਦਾ ਹੱਲ ਕੀ ਹੈ? ਬੰਦਾ ਤਾਂ ਕਿਸੇ ਹਾਲਾਤ ਵਿੱਚ ਵੀ ਖੁਸ਼ ਨਹੀਂ, ਕਿਸੇ ਹਾਲਾਤ ਵਿੱਚ ਵੀ ਉਹ ਟਿਕਾ ਵਿੱਚ ਨਹੀਂ। ਉਹਦੀ ਭਟਕਣਾ ਦੇ ਮੂਲ ਕਾਰਨ ਜਿਹੜੇ ਨਾ ਕੁਝ ਹੋਰ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ, ਜੋ ਨਰ ਦੁੱਖ ਮੈਂ। ਚੇਤੇ 'ਚ ਰੱਖ, ਸਤਿਗੁਰੂ ਦੀ ਬਾਣੀ ਜਿਹੜੀ ਉਹ ਸਾਡੀ ਸੁਰਤ ਨੂੰ ਡਿਵੈਲਪ ਕਰੇ, ਸੁਰਤ ਨੂੰ ਉੱਚਿਆਂ ਕਰੇ, ਗੁਰਮੁਖਤਾਈ ਦਾ ਜੀਵਨ ਬਖਸ਼ਦੀ ਹੈ। ਉਹਨੇ ਸਾਡੇ ਅੰਦਰ ਦੀ ਮੈਲ ਨੂੰ ਧੋਣਾ ਹੈ। ਸਤਿਗੁਰੂ ਆਖਦੇ ਨੇ ਜਿਹੜਾ ਦੁੱਖ ਹੈ, ਸਿਚੁਏਸ਼ਨ ਮਾੜੀ ਆ ਗਈ, ਸਾਡੀ ਉਮੀਦ ਤੋਂ ਉਲਟ ਹੈ, ਹੁਣ ਉੱਥੇ ਤੂੰ ਵੇਖ ਵੀ ਤੂੰ ਰਿਐਕਟ ਕਿਵੇਂ ਕਰਨਾ। ਆਪਣੇ ਮਨ ਨੂੰ ਢਹਿੰਦੀ ਕਲਾ ਵਿੱਚ, ਬੇਉਮੀਦੀ ਵਿੱਚ, ਨਿਰਾਸ਼ਤਾ ਵਿੱਚੋਂ ਕਿਵੇਂ ਬਚਾ ਕੇ ਆਪਣੇ ਮਨ ਨੂੰ ਬੈਲੈਂਸ 'ਚ ਰੱਖਣਾ ਹੈ। ਹੁਣ ਉਸ ਵੇਲੇ ਉਹ ਅਵਸਥਾ ਹੀ ਤੇਰੇ ਕੰਮ ਆਏਗੀ ਜਿਹੜੀ ਤੂੰ ਕਮਾਈ ਹੋਏਗੀ। ਜੋ ਤੂੰ ਹਰ ਪਲ ਜੀਣ ਦੀ ਕੋਸ਼ਿਸ਼ ਕੀਤੀ ਹੋਏਗੀ ਨਾ, ਦੁੱਖ ਦੀ ਅਵਸਥਾ ਵਿੱਚ ਵੀ ਉਹੀ ਖਿਆਲ, ਸੰਕਲਪ, ਮਨ ਦਾ ਉਹ ਲੈਵਲ ਤੇਰੇ ਕੰਮ ਵਿੱਚ ਆਉਣਾ ਹੈ। ਹੋਰ ਕੋਈ ਚੀਜ਼ ਤੇਰੇ ਲੇਖੇ ਤੇਰੇ ਕੰਮ ਨਹੀਂ ਆ ਸਕਦੀ। ਤੇ ਦੂਸਰੀ ਬਾਤ ਮਹਾਰਾਜ ਨੇ ਕਹੀ ਹੈ, ਸੁਖ ਸਨੇਹ ਅਰ ਭੈ ਨਹੀਂ ਜਾਗੈ। ਦੁੱਖ ਹੈ, ਪਹਿਲੀ ਗੱਲ ਕਹੀ, ਦੁੱਖ ਵੀ ਹੋਵੇ ਪਰ ਦੁੱਖ ਨੂੰ ਮੰਨੇ ਨਾ। ਹੁਣ ਇਸ ਨੂੰ ਥੋੜ੍ਹਾ ਜਿਹਾ ਹੋਰ ਸਮਝਣ ਦੀ ਕੋਸ਼ਿਸ਼, ਵੀ ਦੁੱਖ ਹੈ, ਤਕਲੀਫ ਵਾਲਾ ਸਮਾਂ ਹੈ, ਪਰ ਦੁੱਖ ਨੂੰ ਮੰਨੇ ਨਾ। ਇਹਦਾ ਭਾਵ ਹੈ ਵੀ ਉਹ ਉਸ ਦੁੱਖ ਵਿੱਚ ਅੰਦਰੋਂ ਡੋਲ ਨਾ ਜਾਏ, ਡਿੱਗ ਨਾ ਜਾਏ, ਉਸ ਦੁੱਖ ਨੂੰ ਆਪਣੀ ਸੁਰਤ ਦਾ ਰੋਗ ਨਾ ਬਣਾ ਲੈ। ਇਹ ਵੀ ਇੱਕ ਚੀਜ਼ ਹੈ। ਕਈ ਵਾਰ ਤੁਸੀਂ ਵੇਖਣਾ 2-4 ਪੈਸਿਆਂ ਦਾ ਘਰ ਦੇ ਵਿੱਚ ਨੁਕਸਾਨ ਹੋ ਜਾਏ, ਕਈ ਵਾਰ ਐਸਾ ਵਾਪਰਦਾ। ਇੱਕ ਬੰਦਾ ਨਿੱਕੀ ਜਿਹੀ ਡੀਲ ਗਲਤ ਕਰ ਆਇਆ, ਉਹਦੇ 'ਚ ਸਾਨੂੰ 150 ਰੁਪਈਏ ਦਾ ਘਾਟਾ, 1000 ਰੁਪਈਏ ਦਾ, 2000 ਰੁਪਈਏ ਦਾ ਘਾਟਾ, ਵੱਧ ਵੀ ਪੈ ਗਿਆ। ਹੁਣ ਇੱਕ ਤਾਂ ਘਾਟਾ ਪਿਆ, ਗਲਤੀ ਹੋਈ ਹੈ। ਦੂਜਾ, ਘਰ ਵਿੱਚ ਉਸ ਚੀਜ਼ ਨੂੰ ਲੈ ਕੇ ਲੋੜ ਤੋਂ ਵੱਧ, ਇੱਕ ਲੈਵਲ ਤੋਂ ਵੱਧ ਜਿਹੜਾ ਸੀ ਨਾ, ਤੂੰ ਮੈਂ ਹੋ ਗਈ। ਅਤੇ ਇਸੇ ਚੀਜ਼ ਨੂੰ ਲੈ ਕੇ ਪਰਿਵਾਰ ਵਿੱਚ ਕਲੇਸ਼ ਵਧਿਆ ਅਤੇ ਲੜਾਈ ਹੋ ਗਈ, ਪਰਿਵਾਰ ਵੀ ਟੁੱਟ ਗਿਆ। ਹੁਣ ਇੱਕ ਘਾਟਾ ਤਾਂ ਉਹ ਸੀ ਜਿਹੜਾ ਮਾਇਕ ਤੌਰ 'ਤੇ ਪਿਆ, ਅਤੇ ਉਹਦੇ ਨਾਲ ਜਿਹੜਾ ਦੂਜਾ ਘਾਟਾ ਸਹੇੜ ਲਿਆ ਸੀ, ਉਹ ਸਾਡਾ ਪੈਦਾ ਕੀਤਾ ਹੋਇਆ। ਉਹ ਸਾਡੀ ਡੀਲ ਗਲਤ ਸੀ ਉਸ ਘਾਟੇ ਨਾਲ। ਇੱਕ ਤਾਂ ਚੀਜ਼ ਘਟੀ ਹੈ, ਸਾਨੂੰ ਚਾਹੀਦਾ ਸੀ ਵੀ ਉਦੋਂ ਗਾਹ ਨਾ ਹੁਣ ਨੁਕਸਾਨ ਵਧੇ। ਉਹ 4 ਛਿੱਲੜਾਂ ਨੂੰ ਲੈ ਕੇ ਜਿਹੜਾ ਉਦੋਂ ਵੱਡਾ ਘਾਟਾ ਸੀ ਖਾ ਲਿਆ ਨਾ, ਜਿਹੜਾ ਪੂਰਾ ਹੀ ਨਹੀਂ ਸੀ ਹੋ ਸਕਦਾ,
ਉਸ ਵੀ ਘਰ ਦੀ ਖਾਨਾ ਜੰਗੀ, ਪਰਿਵਾਰ ਵਿੱਚ ਕਲੇਸ਼, ਬੇਇਤਫਾਕੀ, ਰੌਲਾ ਅਤੇ ਬੇਭਰੋਸਗੀ ਵੱਧ ਗਈ, ਔਰ ਇੰਨੀ ਵਧੀ ਵੀ ਪਰਿਵਾਰ ਦੇ ਟੁੱਟਣ ਦੀ ਨੌਬਤ ਵੀ ਆ ਗਈ। ਹੁਣ ਤੁਸੀਂ ਦੱਸੋ ਵੀ ਉਹ ਪੈਸਿਆਂ ਦਾ ਘਾਟਾ ਵੱਡੀ ਚੀਜ਼ ਸੀ, ਜਾਂ ਜਿਹੜਾ ਇਹ ਅਸੀਂ ਜਿਹੜੀ ਡੀਲ ਗਲਤ ਕੀਤੀ ਇਹ ਘਾਟਾ ਵੱਡੀ ਚੀਜ਼ ਸੀ? ਜਿਹੜਾ ਸਕੂਨ, ਜਿਹੜਾ ਇਤਫਾਕ, ਜਿਹੜਾ ਭਰੋਸਾ ਦੌਲਤ ਨਾਲ ਖਰੀਦਿਆ ਹੀ ਨਹੀਂ ਜਾ ਸਕਦਾ, ਦੌਲਤ ਬਦਲੇ ਅਸੀਂ ਉਹ ਗਵਾ ਲਿਆ। ਇਵੇਂ ਕਈ ਵਾਰ ਦੁੱਖ ਵੀ ਦੁੱਖ ਨੂੰ ਸੱਦਾ ਦੇ ਲੈਂਦਾ ਹੈ। ਪ੍ਰੋਬਲਮ ਇੱਕ ਨਵੀਂ ਪ੍ਰੋਬਲਮ ਨੂੰ ਕ੍ਰੀਏਟ ਕਰ ਦਿੰਦੀ ਹੈ। ਉਹਦਾ ਕਾਰਨ ਹੁੰਦਾ ਹੈ ਵੀ ਜਿਹੜਾ ਘਾਟਾ ਹੈ ਜਾਂ ਜਿਹੜੀ ਪ੍ਰੋਬਲਮ ਆਲਰੇਡੀ ਪਹਿਲਾਂ ਹੋ ਗਈ ਹੈ, ਉਹਦੇ ਪ੍ਰਤੀ ਸਾਡੀ ਡੀਲ ਬੜੀ ਗਲਤ ਹੁੰਦੀ ਹੈ, ਅਤੇ ਉਹਦੇ ਵਿੱਚੋਂ ਇੱਕ ਨਵੀਂ ਪ੍ਰੋਬਲਮ ਅਸੀਂ ਖੁਦ ਪੈਦਾ ਕਰ ਲੈਂਦੇ ਹਾਂ। ਉਹਦਾ ਕਾਰਨ ਹੈ ਵੀ ਉਸ ਘਾਟੇ ਨੂੰ ਅਸੀਂ ਦਿਮਾਗ 'ਤੇ ਲੈ ਲਿਆ, ਸੁਰਤ 'ਤੇ ਬਿਠਾ ਲਿਆ। ਹੁਣ ਉਹ ਸਾਨੂੰ ਬਾਰ-ਬਾਰ ਕੁਝ ਨਾ ਕੁਝ ਹੋਰ ਗਲਤ ਕਰਨ ਵਾਲੇ ਪਾਸੇ ਤੋਰਦਾ ਰਹੇਗਾ। ਅਤੇ ਸਤਿਗੁਰੂ ਕਹਿੰਦੇ ਸੁਖ ਸਨੇਹ ਅਰ ਭੈ ਨਹੀਂ ਜਾਗੈ। 3 ਬਚਨ ਕਹੇ ਨੇ। ਸੁੱਖ ਵਿੱਚ ਬੰਦਾ ਆਪੇ ਤੋਂ ਬਾਹਰ ਆਉਂਦਾ, ਉਹ ਸ਼ੁਕਰਗੁਜ਼ਾਰ ਹੋਣ ਦੀ ਬਜਾਏ, ਧੰਨਵਾਦੀ ਹੋਣ ਦੀ ਬਜਾਏ, ਨਿਮਰ ਰਹਿਣ ਦੀ ਬਜਾਏ ਉਛਲਣ ਦੀ ਕੋਸ਼ਿਸ਼ ਕਰਦਾ ਅਤੇ ਆਪਣੇ ਆਪ ਨੂੰ ਕ੍ਰੈਡਿਟ ਦਿੰਦਾ ਵੀ ਮੈਂ ਕੀਤਾ, ਮੇਰੀ ਵਜ੍ਹਾ ਕਰਕੇ। ਉਹਨੂੰ ਸਹਿਜ ਵਿੱਚ ਨਹੀਂ ਲੈਂਦਾ ਵੀ ਇਹ ਨਾਰਮਲ ਹੈ, ਨੈਚੁਰਲ ਹੈ, ਕੋਈ ਪ੍ਰਾਪਤੀ ਹੋ ਜਾਣੀ, ਇਹ ਵੀ ਕੁਦਰਤੀ ਵਰਤਾਰਾ ਹੈ। ਅਤੇ ਦੂਜੀ ਗੱਲ ਸਤਿਗੁਰੂ ਨੇ ਕਿਹਾ ਸਨੇਹ ਦਾ ਮਤਲਬ ਹੈ ਮੋਹ ਵਿੱਚ ਵੱਜਣਾ। ਅਤੇ ਤੀਜਾ ਬਚਨ ਕਿਹਾ ਭੈ, ਡਰ, ਸਹਿਮ ਵਿੱਚ ਰਹਿਣਾ। ਹੁਣ ਸਤਿਗੁਰੂ ਮਹਾਰਾਜ, ਮੋਹ ਦਾ ਭਾਵ ਕੀ ਹੈ? ਮੋਹ ਦਾ ਭਾਵ ਹੈ ਕਿਸੇ ਗਲਤ ਪਾਸੇ ਦੀ ਖਿੱਚ ਪੈ ਜਾਣੀ। ਅਤੇ ਭੈ ਦਾ ਮਤਲਬ ਹੈ ਸਟਰੈਸ ਵਿੱਚ, ਡਰ, ਸਹਿਮ, ਅਣਚਾਹਿਆ ਡਰ। ਇੱਕ ਤਾਂ ਉਹ ਹੈ ਜਿਸ ਡਰ ਦੀ ਕੋਈ ਹੋਂਦ ਨਹੀਂ ਹੈ ਜੇ, ਪਰ ਤੁਸੀਂ ਪਹਿਲਾਂ ਹੀ ਉਸ ਚੀਜ਼ ਨੂੰ ਲੈ ਕੇ ਆਪਣੇ ਅੰਦਰ ਸਹਿਮ ਪੈਦਾ ਕਰ ਲਿਆ। ਮੈਂ ਇੱਕ ਵਿਚਾਰਵਾਨ ਦੇ ਕਥਨ ਪੜ੍ਹ ਰਿਹਾ ਸਾਂ, ਉਹਨੇ ਬੜਾ ਸੋਹਣਾ ਦੁਨੀਆ ਦੀ ਜੋ ਵਰਤਾਰਾ ਚੱਲਦਾ ਹੈ, ਕਾਫੀ ਚਿਰ ਪਹਿਲਾਂ ਮੈਂ ਉਹਦੇ ਬਚਨ ਪੜ੍ਹੇ ਸਨ। ਉਹ ਕਹਿੰਦਾ ਸੰਸਾਰ ਵਿੱਚ ਡਰ ਪੈਦਾ ਕਰਨਾ ਅਤੇ ਡਰ ਬਣਾਈ ਰੱਖਣਾ, ਇਹ ਵੀ ਕੁਝ ਲੋਕਾਂ ਦੀ ਲੋੜ ਹੈ। ਇਹ ਵੀ ਕੁਝ ਲੋਕਾਂ ਦੀ ਸੰਸਾਰ ਵਿੱਚ ਲੋੜ ਹੈ। ਅਤੇ ਡਰ ਦੇ ਸਾਏ ਹੇਠ ਰੱਖ ਕੇ ਸੰਸਾਰ ਦੀ ਬਹੁ ਗਿਣਤੀ ਦੇ ਉੱਤੇ ਆਪਣਾ ਪ੍ਰਭਾਵ ਜਮਾ ਕੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਤੋਰਨਾ, ਇਹ ਚਲਾਕ ਲੋਕਾਂ ਦਾ ਇੱਕ ਹਥਿਆਰ ਵੀ ਹੈ। ਉਹਨਾਂ ਨੂੰ ਉਹ ਚੀਜ਼ ਵਿਖਾਈ ਜਾਂਦੀ ਜਿਹਦਾ ਨਾਮੋ ਨਿਸ਼ਾਨ ਨਹੀਂ ਹੁੰਦਾ, ਅਤੇ ਉਸ ਡਰ ਦੇ ਸਾਏ ਹੇਠ, ਜਿਵੇਂ ਆਪਾਂ ਬੱਚੇ ਸਾਂ ਔਰ ਪਿੰਡਾਂ ਵਿੱਚ ਸਾਡਾ ਰਹਿਣ ਸਹਿਣ ਇਸ ਤਰ੍ਹਾਂ ਦਾ ਵੀ ਸਾਨੂੰ ਕੋਈ ਵੱਡਾ, ਥੋੜ੍ਹੀ ਜਿਹੀ ਵੱਡੀ ਉਮਰ ਦਾ ਸਾਡੇ ਨਾਲ ਖੇਡਣ ਵਾਲਾ ਵੀ ਕਹਿ ਦਿੰਦਾ ਨਾ, ਉੱਥੇ ਹਨੇਰੇ 'ਚ ਮੈਂ ਫਲਾਨੀ ਚੀਜ਼ ਵੇਖੀ ਹੈ, ਅਤੇ ਅਸੀਂ ਮੰਨ ਲੈਂਦੇ ਸਾਂ ਵੀ ਹਾਂ ਇਸ ਰੁੱਖ ਦੇ ਉੱਤੇ ਫਲਾਨੀ ਬੜਾ ਰਹਿੰਦੀ ਹੈ। ਉਹ ਭਾਵੇਂ ਅਸੀਂ ਦੁਪਹਿਰ ਵੇਲੇ ਵੀ ਉਸ ਰੁੱਖ ਦੇ ਲਾਗੋਂ ਦੀ ਲੰਘੀਏ, ਸਾਡੇ ਦਿਮਾਗ 'ਚ ਇਹੀ ਹੁੰਦਾ ਵੀ ਇਹਦੇ 'ਤੇ ਕੁਝ ਰਹਿੰਦਾ ਹੈ। ਜਿਸ ਚੀਜ਼ ਦਾ ਆਧਾਰ ਕੋਈ ਨਹੀਂ, ਉਹ ਸਹਿਮ ਸਾਡੇ ਦਿਮਾਗ ਵਿੱਚ ਅਜੇ ਤੱਕ ਵੀ ਬੈਠਾ ਹੋਇਆ। ਕੁਝ ਹੋ ਸਕਦਾ ਸਹੀ ਕਹਿੰਦਾ ਹੋਵੇ। ਇਸ ਤਰ੍ਹਾਂ ਦੇ ਕਿੰਨੇ ਸਹਿਮ ਹੁੰਦੇ ਨੇ। ਜਦੋਂ ਅਸੀਂ ਇਹਦਾ ਭਾਵ ਹੈ ਵੀ ਸਾਡੀ ਸੋਚਣੀ ਜਿਹੜੀ ਉਹ ਨਿਵਾਣ ਵੱਲ ਜਾਂਦੀ ਹੈ, ਉਹ ਹਮੇਸ਼ਾ ਨੁਕਸਾਨ ਦੀ ਕੈਲਕੂਲੇਸ਼ਨ ਕਰਦੀ ਹੈ। ਉਹ ਹਮੇਸ਼ਾ ਇਸ ਸੰਭਾਵਨਾ 'ਚ ਰਹਿੰਦੀ ਗਲਤੀ ਹੋਏਗਾ, ਸਭ ਤਬਾਹ ਹੋ ਜਾਏਗਾ, ਸਭ ਕੁਝ ਡਿੱਗ ਪਏਗਾ, ਬਚਣਾ ਕੁਝ ਨਹੀਂ। ਇਹੋ ਜਿਹੀ ਜਿਹੜੀ ਮਾਨਸਿਕਤਾ, ਜਦੋਂ ਇਹ ਜਿਹੜੀਆਂ ਚੀਜ਼ਾਂ ਅੰਦਰ ਇਕੱਠੀਆਂ ਹੁੰਦੀਆਂ ਜਾਂਦੀਆਂ ਨੇ, ਬੰਦਾ ਸਹਿਮ ਦਾ ਪੁਤਲਾ ਬਣ ਜਾਂਦਾ ਹੈ। ਉਹ ਆਪਣੇ ਆਪ ਕੋਲੋਂ ਡਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸੁਖ ਸਨੇਹ ਅਰ ਭੈ ਨਹੀਂ ਜਾਕੈ, ਅੱਗੇ ਕੀ ਹੈ? ਕੰਚਨ ਮਾਟੀ ਮਨ, ਜਿਹੜਾ ਸੋਨੇ ਨੂੰ ਮਿੱਟੀ ਸਮਾਨ ਸਮਝੇ। ਭਾਵ ਜਿਹੜਾ ਇਹ ਸਮਝੇ ਵੀ ਬੇਸ਼ਕੀਮਤੀ ਚੀਜ਼ਾਂ ਵੀ ਨਾਸ਼ ਹੋ ਸਕਦੀਆਂ ਨੇ, ਸੋਨਾ ਵੀ ਮਿੱਟੀ ਸਮਾਨ ਹੋ ਸਕਦਾ ਹੈ। ਹਾਲਾਤ ਕੀਮਤੀ ਚੀਜ਼ਾਂ ਨੂੰ ਵੀ ਕੌਡੀਆਂ ਦੇ ਭਾਅ ਕਰ ਸਕਦੇ ਨੇ, ਔਰ ਕੌਡੀ ਦੀਆਂ ਚੀਜ਼ਾਂ ਵੀ ਕਈ ਵਾਰ ਸੋਨੇ ਦੇ ਭਾਅ ਹੋ ਸਕਦੀਆਂ ਨੇ। ਇਸ ਜਗਤ ਦੇ ਵਰਤਾਰੇ ਨੂੰ ਜਿਹੜਾ ਇਵੇਂ ਸਮਝ ਲੈਂਦਾ, ਚੇਤੇ 'ਚ ਰੱਖਿਓ, ਇਹ ਸੰਸਾਰ ਦੇ ਵਰਤਾਰੇ ਨੂੰ ਜਿਹੜਾ ਇਵੇਂ ਸਮਝ ਲੈਂਦਾ ਵੀ ਸੋਨਾ ਮਿੱਟੀ ਹੋ ਸਕਦਾ ਹੈ ਅਤੇ ਮਿੱਟੀ ਸੋਨੇ ਭਾਅ ਹੋ, ਯਾਨੀ ਕਿ ਪਰਿਸਥਿਤੀਆਂ ਬਦਲਣ ਦੇ ਨਾਲ ਚੀਜ਼ਾਂ ਦੀ ਔਕਾਤ ਬਦਲ ਜਾਂਦੀ ਹੈ। ਅਤੇ ਹਜ਼ੂਰ ਅਗਲੇ ਬਚਨ ਵਿੱਚ ਆਖਦੇ ਨੇ,
ਨਹਿ ਨਿੰਦਿਆ ਨਹਿ ਉਸਤਤ ਜਾ ਕੈ। ਨਿੰਦਾ ਸ਼ਬਦ ਦਾ ਮਤਲਬ ਹੈ ਬੰਦਾ ਸਹੀ ਰਾਹ 'ਤੇ ਤੁਰ ਰਿਹਾ ਹੈ, ਨੇਕ ਅਮਲ ਕਮਾ ਰਿਹਾ ਹੈ, ਫਿਰ ਵੀ ਉਸ ਬੰਦੇ ਦੀ ਕੋਈ ਆਲੋਚਨਾ ਕਰਦਾ ਹੈ ਜਾਣ ਬੁੱਝ ਕੇ। ਨਿੰਦਾ ਦਾ ਇੱਕ ਆਪਣਾ ਵੇਹ ਹੈ, ਮੈਂ ਉਸ ਵਿਚਾਰ ਵਿੱਚ ਨਹੀਂ ਜਾਣਾ। ਹੁਣ ਅਸੀਂ ਬਹੁਤੇ ਲੋਕ ਨਾ ਧਰਮ ਦੇ ਕਰਮ ਕਰਦੇ ਹੀ ਇਸ ਕਰਕੇ ਆ, ਮੁਆਫ ਕਰਨਾ ਵੀ ਲੋਕ ਸਾਨੂੰ ਸਲਾਉਣ ਵਾਲੇ ਹੁੰਦੇ ਨੇ। ਮੈਂ ਸੇਵਾ ਕਰਦਾ, ਦੋ ਬੰਦੇ ਆ ਕੇ ਮੈਨੂੰ ਕਹਿਣ ਨਾ ਵਧੀਆ ਕਰਦਾ ਹੈ, ਤੂੰ ਦੋ ਵੇਖ ਹੀ ਲੈਣ ਨਾ ਧਿਆਨ ਨਾਲ ਤੇ ਇੰਨੇ ਨਾਲ ਹੀ ਹਉਮੈ ਦੀ ਪੂਰਤੀ ਹੋ ਜਾਂਦੀ ਹੈ। ਦੋ ਬੰਦੇ ਰੋਜ਼ ਆ ਕੇ ਕਹਿਣ ਨਾ ਐਵੇਂ ਲੱਗਾ ਰਹਿੰਦਾ, ਖੌਰੇ ਨੂੰ ਘਰੇ ਕੋਈ ਝੱਲਦਾ ਨਹੀਂ ਹੋਣਾ, ਤੀਜੇ ਦਿਨ ਮੈਂ ਵੜਨਾ ਨਹੀਂ, ਨਾ ਹੀ ਮੈਂ ਉਹ ਕੰਮ ਕਰਨਾ। ਫਿਰ ਮੇਰਾ ਸੁਭਾਅ ਕੀ ਹੋਏਗਾ? ਕੀ ਫਾਇਦਾ? ਲੋਕ ਤਾਂ ਰਾਜ਼ੀ ਨਹੀਂ ਕਿਸੇ। ਮੈਂ ਕਾਰੀ ਲੋਕਾਂ ਵਾਸਤੇ ਰਿਹਾ, ਚੇਤੇ 'ਚ ਰੱਖਿਓ। ਕਦੋਂ ਹਟਾਂਗਾ ਸਹੀ ਰਾਹ ਦੇ ਉੱਤੇ? ਜਦੋਂ ਮੈਂ ਸਹੀ ਕਰ ਇਸ ਕਰਕੇ ਰਿਹਾ ਵੀ ਲੋਕ ਮੇਰੀ ਸ਼ੋਭਾ ਕਰ ਰਹੇ ਨੇ। ਚਾਰ ਬੰਦਿਆਂ ਆਲੋਚਨਾ ਕੀਤੀ ਤੇ ਰਾਹ ਛੱਡ ਦਿੱਤਾ, ਇਹਦਾ ਮਤਲਬ ਮੈਂ ਚੰਗਿਆਈ ਕਮਾਉਣ ਲਈ ਚੰਗਾ ਨਹੀਂ ਸਾ ਕਰ ਰਿਹਾ, ਵਿਖਾਉਣ ਲਈ ਕਰ ਰਿਹਾ ਸੀ। ਨਿੰਦਾ ਅਸਰ ਕਰ ਗਈ ਜੀਵਨ 'ਤੇ। ਅਤੇ ਦੂਜਾ ਪੱਖ ਵੀ ਹੈ ਉਸਤਤ, ਉਸਤਤ ਦੀ ਭੁੱਖ। ਇਹ ਤਾਂ ਉਹ ਫੌੜੀ ਹੈ ਜਿਹਦੇ ਉੱਤੇ ਸੁਰਤ ਦੇ ਅਪਾਹਜ ਬੰਦੇ ਤੁਰਦੇ ਨੇ। ਵਡਿਆਈ ਦੀ ਭੁੱਖ, ਉਸਤਤ ਦੀ ਭੁੱਖ, ਸ਼ੋਭਾ ਦੀ ਭੁੱਖ, ਪ੍ਰਭਤਾ ਦੀ ਭੁੱਖ। ਇਸ ਭੁੱਖ ਦਾ ਸਦਕਾ ਜੋ ਬੰਦਾ ਚੰਗਾ ਕੰਮ ਕਰ ਰਿਹਾ, ਸੱਚ ਜਾਣੋ ਉਹ ਅੰਦਰੋਂ ਕਦੇ ਚੰਗਾ ਨਹੀਂ ਬਣ ਸਕੇਗਾ। ਉਹਦੀ ਭੁੱਖ ਪੂਰੀ ਹੋ ਰਹੀ ਹੈ ਤੇ ਉਹ ਕਰ ਰਿਹਾ, ਉਹਦਾ ਇੱਕ ਸਵਾਰਥ ਹੈ ਵੀ ਸੰਸਾਰ ਦੀ ਪ੍ਰਭਤਾ ਵਡਿਆਈ ਮਿਲੇ। ਹਜ਼ੂਰ ਆਖਦੇ ਨਹਿ ਨਿੰਦਿਆ ਨਹਿ ਉਸਤਤ ਜਾ ਕੈ। ਲੋਭ ਮੋਹ ਅਭਿਮਾਨਾ, ਜਿਹੜਾ ਲੋਭ ਲਾਲਚ ਦੀ ਅਵਸਥਾ ਤੋਂ ਮੁਕਤ ਹੈ, ਮੋਹ ਦੀ ਅਵਸਥਾ ਤੋਂ ਮੁਕਤ ਹੈ, ਜਿਸ ਕੋਲ ਜੋ ਬਰਕਤ ਪਰਮੇਸ਼ਰ ਦੀ ਦਿੱਤੀ ਹੋਈ ਦਾ ਅਭਿਮਾਨ ਉਹਨੂੰ ਨਹੀਂ, ਗਰੂਰ ਨਹੀਂ, ਉਹ ਫਿਰ ਵੀ ਨਿਮਰਤਾ 'ਚ ਰਹਿੰਦਾ ਹੈ। ਅਤੇ ਸਤਿਗੁਰੂ ਅੱਗੇ ਆਖਦੇ ਨੇ ਹਰਖ ਸੋਗ ਤੇ ਰਹਿ ਨਿਆਰੋ ਨਾ ਹੀ ਮਾਨ ਅਪਮਾਨਾ। ਜਿਹੜਾ ਖੁਸ਼ੀ ਵਿੱਚ ਵੀ ਨਹੀਂ ਉਛਲਦਾ ਅਤੇ ਸੋਗ ਵਿੱਚ ਵੀ ਆਪਣੇ ਆਪ ਨੂੰ ਬੈਲੈਂਸ 'ਚ ਰੱਖ ਲੈਂਦਾ। ਹਰਖ ਸੋਗ ਤੇ ਰਹਿ ਨੇ, ਇਹਨਾਂ ਤੋਂ ਨਿਆਰਾ ਹੈ। ਉਹਨੂੰ ਮਾਨ ਤੇ ਅਪਮਾਨ ਦਾ ਰੋਗ ਨਹੀਂ ਲੱਗਦਾ। ਉਸ ਨੂੰ ਸਤਿਗੁਰੂ ਕਹਿ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਤੋ ਸਤਿਗੁਰੂ ਆਖਦੇ ਨੇ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ। ਝੂਠੀਆਂ ਉਮੀਦਾਂ ਨਹੀਂ ਪਾਲਦਾ। ਆਸ ਦਾ ਮਤਲਬ ਵੈਸੇ ਤੇ ਆਸ ਉਮੀਦ ਇਹ ਜੀਵਨ ਦੇ ਥੰਮ ਨੇ, ਪਰ ਇੱਥੇ ਸਤਿਗੁਰੂ ਮਹਾਰਾਜ ਆਖਦੇ ਨੇ ਵੀ ਜੇ ਪੂਰਨ ਹੋ ਜਾਏ ਤਾਂ ਠੀਕ ਹੈ, ਨਾ ਵੀ ਹੋਵੇ ਤਾਂ ਡੋਲਦਾ ਨਹੀਂ। ਉਹ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਅੱਗੇ ਰੱਖਦਾ, ਉਹ ਆਪਣੀ ਤੋਰ ਵਿੱਚ ਵਿਘਨ ਨਹੀਂ ਪੈਣ ਦਿੰਦਾ। ਹਜ਼ੂਰ ਮਹਾਰਾਜ ਆਖਦੇ ਨਿਰਾਸਾ। ਨਿਰਾਸਾ ਦਾ ਮਤਲਬ ਹੁੰਦਾ ਹੈ ਢਹਿੰਦੀ ਕਲਾ, ਨੀਵੇਂ ਅਹਿਸਾਸ ਹੋ ਜਾਣਾ। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ। ਉਹ ਝੂਠੀਆਂ ਉਮੀਦਾਂ ਤੋਂ ਮੁਕਤ ਹੋ ਕੇ ਤਿਆਗੀ ਹੋ ਜਾਂਦਾ। ਝੂਠੀ ਉਮੀਦ ਤੋਂ ਤਿਆਗ ਹੋਣਾ ਇਹ ਨਿਰਾਸਤਾ ਕਮਾਉਂਦਾ ਜੀਵਨ 'ਚ, ਢਹਿੰਦੀ ਕਲਾ ਵਾਲੀ ਨਿਰਾਸਤਾ ਨਹੀਂ ਕਮਾਉਂਦਾ। ਹਜ਼ੂਰ ਆਖਦੇ ਨੇ ਕਾਮ ਕ੍ਰੋਧ ਜੇ ਪਰਸੈ ਨਾਹਨ ਤੇ ਘਟ ਬ੍ਰਹਮ ਨਿਵਾਸਾ। ਕਾਮ ਜਿਸ ਦੀ ਸੁਰਤ 'ਤੇ ਹਾਵੀ ਨਹੀਂ ਹੁੰਦਾ, ਕ੍ਰੋਧ ਜਿਸ ਦੇ ਜੀਵਨ ਵਿੱਚ ਰੋਗ ਬਣ ਕੇ ਨਹੀਂ ਵਾਪਰਦਾ, ਸਤਿਗੁਰੂ ਆਖਦੇ ਨੇ ਸਮਝੋ ਉਸ ਦੇ ਹਿਰਦੇ ਘਟ, ਹਿਰਦੇ ਵਿੱਚ ਬ੍ਰਹਮ ਪਰਮੇਸ਼ਰ ਦਾ ਨਿਵਾਸ। ਉਹਨੇ ਰੱਬ ਦੀ ਹੋਂਦ ਨੂੰ ਜਾਣ ਲਿਆ। ਫਿਰ ਹਜ਼ੂਰ ਅਖੀਰਲੇ ਬਚਨ ਵਿੱਚ ਕਹਿੰਦੇ ਗੁਰ ਕਿਰਪਾ ਜੇ ਨਰ ਕਉ ਕੀਨੀ ਤੇ ਇਹ ਜੁਗਤ ਪਛਾਣੇ। ਉਸ ਨੇ ਇਸ ਜੁਗਤ ਨੂੰ ਪਛਾਣਿਆ ਹੈ। ਜੁਗਤ ਦਾ ਮਤਲਬ ਹੈ ਚਾਲ ਚੱਲਣ, ਤਕਨੀਕ, ਨੀਤੀ। ਇਹ ਉੱਪਰ ਦੱਸੀ ਹੋਈ ਸਮੁੱਚੇ ਸ਼ਬਦ ਦੀ ਜਿਹੜੀ ਜੁਗਤ ਹੈ ਕਿੰਨੇ ਪਛਾਣੀ ਹੈ ਜੀਵਨ ਵਿੱਚ? ਜਿਸ ਉੱਤੇ ਗੁਰੂ ਨੇ ਕਿਰਪਾ ਕੀਤੀ, ਗੁਰੂ ਦੀ ਬਖਸ਼ਿਸ਼, ਗੁਰੂ ਉਪਦੇਸ਼ ਤੇ ਗੁਰੂ ਦੀ ਰਹਿਮਤ ਦਾ ਜਿਹੜਾ ਪਾਤਰ ਬਣਿਆ, ਐਸੇ ਮਨੁੱਖ ਦੀ ਦਸ਼ਾ ਕੀ ਹੈ? ਨਾਨਕ ਲੀਨ ਭਇਓ ਗੋਬਿੰਦ ਸਿੰਘ। ਉਹ ਸ੍ਰਿਸ਼ਟੀ ਦੇ ਸਿਰਜਣਹਾਰੇ ਮਾਲਕ ਪਰਮੇਸ਼ਰ ਨਾਲ ਇੱਕ ਸੁਰ ਹੈ। ਕਿਵੇਂ? ਜਿਉਂ ਪਾਣੀ ਸੰਗ ਪਾਣੀ, ਜਿਵੇਂ ਪਾਣੀ ਨਾਲ ਪਾਣੀ ਰਲ ਜਾਂਦਾ, ਉਹਦਾ ਵਜੂਦ ਇੱਕ ਹੋ ਜਾਂਦਾ। ਇਹ ਪਰਮੇਸ਼ਰ ਮਿਲਾਪ ਦੀ ਅਵਸਥਾ ਹੈ। ਇਹ ਸੱਚ ਨਾਲ ਇੱਕ ਸੁਰ ਹੋਏ ਮਨੁੱਖਾਂ ਦੀ ਅਵਸਥਾ ਹੈ, ਜਿਹੜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਮੁਬਾਰਕ ਸ਼ਬਦ ਵਿੱਚ ਬੜੇ ਸੌਖੇ ਸ਼ਬਦਾਂ ਦੇ ਰਾਹੀਂ ਸਾਡੇ ਸਨਮੁਖ ਰੱਖੀ ਹੈ। ਗਰੀਬ ਨਵਾਜ ਕਿਰਪਾ ਕਰਨ,
ਮਹਾਰਾਜ ਦੇ ਇਸ ਮੁਬਾਰਕ ਸ਼ਬਦ ਵਿੱਚ ਦੱਸੇ ਹੋਏ ਉਪਦੇਸ਼ ਸਾਡੇ ਸਮੁੱਚੇ ਜੀਵਾਂ ਦੇ ਜੀਵਨ ਦਾ ਹਿੱਸਾ ਬਣਨ। ਸਤਿਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।